ਕਹਿੰਦੇ ਭਲਾ ਮਾਨਸ ਬੰਦਾ ਕਿੱਥੇ ਫਸਾਤਾ ਰਾਜਨੀਤੀ 'ਚ। 2017 ਦੇ ਵਿੱਚ ਜਦੋਂ ਜਿੱਤ ਹਾਰ ਦਾ ਫੈਸਲਾ ਹੁੰਦਾ ਹੈ, ਬਹੁਤ ਘੱਟ ਵੋਟਾਂ ਤੇ ਡਾਕਟਰ ਨਿਸ਼ਾਨ ਹਾਰਦੇ ਨੇ, ਪਰ ਉਦੋਂ ਲੋਕ ਚਰਚਾ ਦਾ ਇਹ ਵਿਸ਼ਾ ਬਣੀ। ਬਾਅਦ ਛੋਟੇ ਜਿਹੀ ਗੱਲ ਨਿਕਲ ਕੇ ਆਈ, ਕਹਿੰਦੇ ਵੀ ਡਾਕਟਰ ਨਿਸ਼ਾਨ ਨੂੰ ਵੀ ਪਤਾ ਹੀ ਨਹੀਂ ਸੀ ਵੀ ਇੰਨੀਆਂ ਵੋਟਾਂ ਪੈਣਗੀਆਂ, ਵੀ ਮੈਂ ਥੋੜਾ ਜਿਹਾ ਹੋਰ ਜ਼ੋਰ ਲਾ ਦਿੰਦਾ। ਜਦੋਂ ਅਸੀਂ ਕਾਂਗਰਸ ਦੀ ਗੱਲ ਕਰਦੇ ਹਾਂ ਤਾਂ ਸਰਦੂਲਗੜ੍ਹ ਹਲਕੇ ਚੋਂ ਮੀਆਂ ਪਰਿਵਾਰ ਨੂੰ ਟਿਕਟ ਦਿੱਤੀ ਜਾਂਦੀ ਹੈ। ਡਾਕਟਰ ਨਿਸ਼ਾਨ ਵੀ ਕਹਿੰਦੇ ਮਾਨਸਾ ਤੋਂ ਹੈ। ਇਸ ਗੱਲ ਬਾਰੇ ਤੁਸੀਂ ਕੀ ਸੋਚਦੇ ਹੋ ਵੀ ਲੋਕਾਂ ਨੂੰ ਕੀ ਜਾ ਕੇ ਵਿਸ਼ਵਾਸ ਦਿਵਾਓਗੇ ਵੀ ਭਾਈ ਵੀ ਮੈਂ ਬਲਾਡਾ ਹਲਕੇ 'ਚ ਤੁਹਾਡੀ ਸੇਵਾ ਵਾਸਤੇ ਪਹਿਲਾਂ ਵੀ ਸੀ ਜਾਂ ਹੁਣ ਵੀ ਰਹੂੰਗਾ? ਇਹ ਮੈਨੂੰ ਆਪਣਾ ਹੀ ਸਮਝਦੇ ਆ ਸਾਰੇ। ਤੁਸੀਂ ਕਿਸੇ ਪਿੰਡ ਚਲੇ ਜਾਓ, ਹਲਕੇ ਦੇ ਵਿੱਚ ਕਿਸੇ ਵਾਰਡ 'ਚ ਚਲੇ ਜਾਓ, ਮੈਨੂੰ ਆਪ ਹੀ ਉੱਥੇ ਲੋਕ ਆ ਕੇ ਮਿਲਦੇ ਆ ਵੀ ਡਾਕਟਰ ਸਾਹਿਬ ਤੁਸੀਂ ਸਾਡਾ ਆਪਰੇਸ਼ਨ ਕੀਤਾ ਸੀ। ਦੂਜੀਆਂ ਪਾਰਟੀਆਂ ਦੇ ਏਜੰਡੇ ਤੇ ਕਬੱਡੀ ਕਿਉਂ ਨਹੀਂ ਆਈ? ਸ਼੍ਰੋਮਣੀ ਅਕਾਲੀ ਦਲ ਬਾਦਲ ਜੇ ਕਬੱਡੀ ਤੇ ਐਲਾਨ ਕਰ ਰਿਹਾ ਹੈ ਕਿ ਸਰਕਲ ਸਟਾਈਲ ਕਬੱਡੀ ਨੂੰ ਮਾਨਤਾ ਦਿਵਾਉਣ ਲਈ ਤੁਸੀਂ ਪੱਬਾਂ ਭਾਰ ਹੋਵੋਗੇ। ਕਬੱਡੀ ਕੱਪ ਫੇਰ ਹੋਇਆ ਕਰਨਗੇ, ਆਪਾਂ ਸਰਕਲ ਸਟਾਈਲ ਕਬੱਡੀ ਵਾਸਤੇ ਵੀ ਬਾਦਲ ਸਾਹਿਬ ਨੂੰ ਬੇਨਤੀ ਕਰਾਂਗੇ। ਅਕਾਲੀ ਦਲ ਤੇ ਕਾਂਗਰਸ ਦੇ ਵਿੱਚ ਇਹ ਲੋਕ ਸ਼ਿਕਵਾ ਕਰਦੇ ਨੇ ਵੀ ਸਾਨੂੰ ਜਦੋਂ ਕਿਸੇ ਐਮਐਲਏ ਨੂੰ ਮਿਲਣਾ, ਜਦੋਂ ਕਿਸੇ ਐਮਪੀ ਨੂੰ ਮਿਲਣਾ ਤਾਂ ਕਿਸੇ ਦਾ ਸਹਾਰਾ ਹੀ ਲੈਣਾ ਪੈਂਦਾ। ਇਹ ਜਿਹੜਾ ਸ਼ਿਕਵਾ ਲੋਕਾਂ ਦਾ ਡਾਕਟਰ ਨਿਸ਼ਾਨ ਦੂਰ ਕਰ ਪਾਉਣਗੇ? ਜਹਨ ਦੇ ਵਿੱਚ ਇਹ ਰੜਕਦਾ ਵੀ ਇੱਕ ਦਫ਼ਤਰ ਖੁੱਲ੍ਹਾ ਹੋਊਗਾ, ਉਹ 'ਚ ਲਿਖਿਆ ਹੋਊਗਾ ਐਮਐਲਏ ਦਾ ਦਫ਼ਤਰ, ਔਰ ਉੱਥੇ ਕੋਈ ਵੀ ਬੰਦਾ ਜਿਹੜਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਦੋਂ ਮਰਜ਼ੀ ਆਵੇ, ਅਸੀਂ ਉਹਦੀ ਗੱਲਬਾਤ ਸੁਣਾਂਗੇ। ਜੁੜੇ ਹੋਏ ਹਾਂ ਸਰਲੇਖ ਦੇ ਨਾਲ। ਮੈਂ ਹਾਂ ਸੁਖੀ ਮੰਗਾਣੀਆਂ। 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਹੀ ਰਾਜਨੀਤਿਕ ਧਿਰਾਂ ਨੇ ਆਪਣਾ ਆਪਣਾ ਪ੍ਰਚਾਰ ਜ਼ੋਰਾਂ ਤੇ ਕੀਤਾ ਹੋਇਆ। ਜਦੋਂ ਅਸੀਂ ਬੁਢਲਾਡਾ ਵਿਧਾਨ ਸਭਾ ਹਲਕਾ ਦੀ ਗੱਲ ਕਰਦੇ ਹਾਂ ਤਾਂ ਇੱਥੇ ਖੂਬਸੂਰਤ ਇਹ ਗੱਲ ਹੈ ਕਿ ਜਿੰਨੇ ਵੀ ਕੈਂਡੀਡੇਟ ਨੇ ਇੱਕ ਦੂਜੇ ਤੇ ਜਿਹੜਾ ਚਿੱਕੜ ਉਛਾਲੀ ਹੈ ਉਹ ਨਹੀਂ ਕਰਦੇ। ਕਾਰਨ ਇੱਕੋ ਹੀ ਹੈ ਕਿ ਉਹ ਲੋਕ ਨੇ ਉਮੀਦਵਾਰ ਬਣੇ ਨੇ ਜਿਹੜੇ ਵੈਲ ਐਜੂਕੇਟਡ ਨੇ, ਇੱਕ ਚੰਗੇ ਪੇਸ਼ਿਆਂ ਦੇ ਵਿੱਚੋਂ ਆਏ ਨੇ। ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹਾਂ ਤਾਂ ਪ੍ਰਿੰਸੀਪਲ ਬੁੱਧਰਾਮ ਨੇ। ਜਦੋਂ ਅਸੀਂ ਕਾਂਗਰਸ ਦੇ ਉਮੀਦਵਾਰ ਦੀ ਗੱਲ ਕਰਦੇ ਹਾਂ ਤਾਂ ਡਾਕਟਰ ਰਣਵੀਰ ਕੌਰ ਮੀਆਂ ਨੇ, PhD ਡਿਗਰੀ ਡਾਕਟਰੇਟ ਨੇ। ਅੱਜ ਮੇਰੇ ਨਾਲ ਇਸ ਮੁਲਾਕਾਤ ਦੇ ਵਿੱਚ ਮੌਜੂਦ ਨੇ ਜਿਨ੍ਹਾਂ ਨੇ ਸਿਹਤ ਵਿਭਾਗ ਦੇ ਵਿੱਚ ਲੰਮਾ ਸਮਾਂ ਆਪਣੀਆਂ ਸੇਵਾਵਾਂ ਨਿਭਾਈਆਂ ਨੇ। ਮੇਰੇ ਨਾਲ ਡਾਕਟਰ ਨਿਸ਼ਾਨ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਸਰਲੇਖ ਚੈਨਲ ਤੇ ਧੰਨਵਾਦ। ਸਵਾਗਤ ਹੈ ਤੁਹਾਡਾ ਸਰਲੇਖ ਚੈਨਲ ਤੇ। ਧੰਨਵਾਦ ਸੁਖੀ ਜੀ। ਡਾਕਟਰ ਸਾਹਿਬ, ਜਦੋਂ 2017 ਦੇ ਵਿੱਚ ਰਾਜਨੀਤੀ ਵਿੱਚ ਪੈਰ ਧਰਦੇ ਹੋ ਉਦੋਂ ਲੋਕ ਚਰਚਾ ਚੱਲੀ, ਕਹਿੰਦੇ ਭਲਾ ਮਾਨਸ ਬੰਦਾ ਕਿੱਥੇ ਫਸਾਤਾ ਰਾਜਨੀਤੀ 'ਚ। ਕੀ ਕਹੋਗੇ ਚਰਚਾ ਬਾਰੇ? ਇਹ ਮੈਂ ਬਤੌਰ SMO ਕੰਮ ਕਰ ਰਿਹਾ ਸੀਗਾ ਸਿਵਲ ਹਸਪੀਟਲ ਮਾਨਸਾ ਦੇ ਵਿੱਚ ਜੀ। ਤਾਂ ਮੈਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜਾ ਹੈਗਾ ਇਹ ਆਫਰ ਆ ਗਿਆ ਵੀ ਡਾਕਟਰ ਸਾਹਿਬ ਤੁਸੀਂ ਇਲੈਕਸ਼ਨਸ ਲੜੋਗੇ, ਵੀ ਸਾਡੇ ਵੱਲੋਂ ਆਫਰ ਹੈਗੀ ਆ। ਤਾਂ ਮੇਰੇ ਦੋਸਤ ਮਿੱਤਰਾਂ ਨਾਲ ਮੈਂ ਸਲਾਹ ਕੀਤੀ ਤੇ ਘਰ ਵੀ ਮੈਂ ਸਲਾਹ ਕੀਤੀ ਤੇ ਮੈਂ ਕਿਹਾ ਜੀ ਇਸ ਤਰ੍ਹਾਂ ਦਾ ਆਫਰ ਆ ਰਿਹਾ ਹੈਗਾ। ਕਹਿੰਦੇ ਡਾਕਟਰ ਸਾਹਿਬ ਤੁਸੀਂ ਡਾਕਟਰ ਤਾਂ ਹੈਗੇ ਹੀ ਹੋ ਤੇ ਵੀ ਡਾਕਟਰੀ ਦੀ ਜਿਹੜੀ ਪੜ੍ਹਾਈ ਆ ਉਹ ਤਾਂ ਆਪਣੀ ਕੋਈ ਲੈ ਨਹੀਂ ਸਕਦਾ। ਜੇ ਤੁਸੀਂ ਹੋਰ ਬੈਟਰ ਢੰਗ ਨਾਲ ਤੁਸੀਂ ਸੇਵਾ ਕਰਨਾ ਚਾਹੁੰਦੇ ਹੋ ਤਾਂ ਇਹ ਆਪਸ਼ਨ ਤੁਸੀਂ ਲੈ ਸਕਦੇ ਹੋ। ਤੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਇੱਕੋ ਖੇਤਰੀ ਸੇਵਾਦਾਰ ਪਾਰਟੀ ਆ। ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਨੇ ਪੰਜਾਬ ਲਈ ਬੜਾ ਕੁਝ ਕੀਤਾ। ਜਦੋਂ ਵੀ ਉਹਨਾਂ ਦੀ ਸਰਕਾਰ ਆਈ ਆ ਤਾਂ ਉਹਨਾਂ ਨੇ ਕਿਸਾਨਾਂ ਵਾਸਤੇ, ਗਰੀਬਾਂ ਵਾਸਤੇ ਸਾਰੀਆਂ ਸਕੀਮਾਂ ਉਹਨਾਂ ਨੇ ਦਿੱਤੀਆਂ ਪੰਜਾਬ ਦੇ ਵਿੱਚ ਜਿੰਨੀਆਂ ਵੀ ਤੁਸੀਂ ਦੇਖੀਆਂ। ਤਾਂ ਮੈਂ ਸੋਚਿਆ ਵੀ ਇਹ ਬਹੁਤ ਅੱਛਾ ਮੌਕਾ ਹੈ ਕਿ ਮੈਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਦਾ ਆਸ਼ੀਰਵਾਦ ਲੈ ਕੇ ਕੋਈ ਕੰਮ ਜਿਹੜਾ ਹੈਗਾ ਹਲਕੇ ਲਈ, ਇਲਾਕੇ ਲਈ ਕਰ ਸਕਾਂ। ਇਸ ਕਰਕੇ ਮੈਂ ਇੱਧਰ ਸੇਵਾ ਦੇ ਵਿੱਚ ਜੁੜਨ ਦਾ ਆਪਣਾ ਮਨ ਬਣਾ ਲਿਆ। ਸ਼੍ਰੋਮਣੀ ਅਕਾਲੀ ਦਲ ਹੀ ਕਿਉਂ ਚੁਣ ਕੀਤੀ? ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੀ ਸੇਵਾਦਾਰ ਪਾਰਟੀ ਹੈ ਜੀ। ਤੇ ਜਦੋਂ ਵੀ ਇਹ ਸੱਤਾ ਦੇ ਵਿੱਚ ਆਈ ਹੈਗੀ ਆ ਤਾਂ ਇਹਨਾਂ ਨੇ ਸੇਵਾ ਹੀ ਕੀਤੀ ਆ ਔਰ ਅਮਨ ਸ਼ਾਂਤੀ ਜਿਹੜੀ ਹੈ ਪੰਜਾਬ ਦੇ ਵਿੱਚ ਬਣਾ ਕੇ ਰੱਖੀ ਆ। ਬੀਬਾ ਹਰਸਿਮਰਤ ਕੌਰ ਜੀ ਬਾਦਲ ਕਿੰਨੇ ਨੇਕ ਨੇ, ਉਹਨਾਂ ਨੇ ਵੀ ਆਪਣੇ ਹਲਕੇ ਨੂੰ, ਆਪਣੇ
ਆਪਣੇ ਪੂਰੇ ਜ਼ਿਲ੍ਹੇ ਮਾਨਸਾ ਨੂੰ ਅਪਣਾਇਆ ਹੋਇਆ ਔਰ ਜਿਸ ਤਰ੍ਹਾਂ ਉਹਨਾਂ ਦਾ ਲੋਕਾਂ ਦੇ ਵਿੱਚ ਸਹਿਚਾਰ ਸੀ, ਲੋਕਾਂ ਦੇ ਨਾਲ ਉਹ ਗੱਲਬਾਤ ਕਰਦੇ ਸੀ, ਮਿਲਦੇ ਸੀ, ਤਾਂ ਮੈਨੂੰ ਲੱਗਾ ਵੀ ਇਹ ਪਾਰਟੀ ਜਿਹੜੀ ਹੈਗੀ ਆ ਸ਼੍ਰੋਮਣੀ ਅਕਾਲੀ ਦਲ, ਇਹ ਜੁਆਇਨ ਕਰਨਾ ਦਾ ਫਾਇਦਾ ਹੈ। ਡਾਕਟਰ ਸਾਹਿਬ, ਰਾਜਨੀਤੀ ਪਹਿਲਾਂ ਪਰਿਵਾਰ 'ਚ ਪਈ ਸੀ, ਪਿਤਾ ਪੁਰਖੀ ਪਈ ਸੀ, ਜਾਂ ਵੱਡੇ ਦਾਦੇ ਪੜਦਾਦੇ ਆਪਣੇ ਰਾਜਨੀਤੀ ਵਿੱਚ ਪਹਿਲਾਂ ਹੈਗੇ ਸੀ, ਜਾਂ ਡਾਕਟਰ ਨਿਸ਼ਾਨ ਨੇ ਹੀ ਕਦਮ ਤੱਕਿਆ? ਸਾਡੇ ਪਰਿਵਾਰ 'ਚੋਂ ਕੋਈ ਰਾਜਨੀਤੀ 'ਚ ਨਹੀਂ ਸੀਗਾ ਜੀ, ਜੀ। ਤੇ ਦਾਸ ਨੂੰ ਹੀ ਮੌਕਾ ਮਿਲਿਆ, ਰੱਬ ਨੇ ਜਿਸ ਤਰ੍ਹਾਂ ਮੌਕਾ ਦਿੱਤਾ ਸੀ ਉਹਨੂੰ ਮਤਲਬ ਕਿ ਲੈ ਲਿਆ। ਮੇਰਾ ਸ਼ੁਰੂ ਤੋਂ ਹੀ ਇਹ ਮਨ ਰਿਹਾ, ਟੇਕ ਦ ਲਾਈਫ ਐਜ਼ ਇਟ ਇਜ਼ ਕਮਿੰਗ, ਮਤਲਬ ਜਿਵੇਂ ਵੀ ਗੱਲ ਬਣ ਰਹੀ ਹੈ ਚਲੋ ਆਪਾਂ ਆਪਣੀ ਕੋਸ਼ਿਸ਼ ਕਰਦੇ ਹਾਂ। ਜਦੋਂ ਵੀ ਸੇਵਾ ਕਰਨ ਦੀ ਕੋਸ਼ਿਸ਼ ਕੀਤੀ ਆ, ਰੱਬ ਨੇ ਅੱਛਾ ਹੀ ਕਰਾਇਆ। 2017 ਦੇ ਵਿੱਚ ਜਦੋਂ ਜਿੱਤ ਹਾਰ ਦਾ ਫੈਸਲਾ ਹੁੰਦਾ ਹੈ, ਬਹੁਤ ਘੱਟ ਵੋਟਾਂ ਤੇ ਡਾਕਟਰ ਨਿਸ਼ਾਨ ਹਾਰਦੇ ਨੇ, ਪਰ ਉਦੋਂ ਲੋਕ ਚਰਚਾ ਦਾ ਇਹ ਵਿਸ਼ਾ ਬਣੀ, ਬਾਅਦ ਛੋਟੇ ਜਿਹੀ ਗੱਲ ਨਿਕਲ ਕੇ ਆਈ, ਕਹਿੰਦੇ ਵੀ ਡਾਕਟਰ ਨਿਸ਼ਾਨ ਨੂੰ ਇਹ ਪਤਾ ਹੀ ਨਹੀਂ ਸੀ ਵੀ ਇੰਨੀਆਂ ਵੋਟਾਂ ਪੈਣਗੀਆਂ, ਵੀ ਮੈਂ ਥੋੜਾ ਜਿਹਾ ਹੋਰ ਜ਼ੋਰ ਲਾ ਦਿੰਦਾ। ਕੀ ਸੱਚ ਹੈ? ਮੈਂ ਤਾਂ ਇਹਦੇ ਵਾਸਤੇ ਬੁਢਲਾਡਾ ਵਾਸੀਆਂ ਦਾ, ਹਲਕੇ ਦੇ ਸਾਰੇ ਵੋਟਰਾਂ ਦਾ ਧੰਨਵਾਦੀ ਆ ਵੀ ਦਾਸ ਨੂੰ ਇੰਨਾ ਪਿਆਰ ਦਿੱਤਾ ਉਹਨਾਂ ਨੇ ਔਰ ਇੰਨੀਆਂ ਵੋਟਾਂ ਦਿੱਤੀਆਂ। ਮੇਰੇ ਕੋਲ ਤਾਂ ਦੇਣਾ ਨਹੀਂ ਜਿਹੜਾ ਮੈਂ ਦੇ ਸਕਾਂ ਉਹਨਾਂ ਦਾ, ਤੇ ਮੈਂ ਤਾਂ ਧੰਨਵਾਦ ਹੀ ਕਰ ਸਕਦਾ। ਔਰ ਜ਼ੋਰ ਤਾਂ ਦੇਖੋ ਲਾਉਂਦਾ ਹੀ ਆ ਬੰਦਾ ਹਰੇਕ, ਔਰ ਇਹ ਵੋਟਰਾਂ ਦੀ ਮਰਜ਼ੀ ਆ ਵੀ ਉਹ ਕਿਸ ਤਰ੍ਹਾਂ ਤੁਹਾਨੂੰ ਕਿਸ ਤਰ੍ਹਾਂ ਦੇਖਦੇ ਹੈਗੇ ਆ। ਮੈਨੂੰ ਹੁਣ ਜਿਹੜਾ ਵੋਟਰਾਂ ਦਾ ਰੁਝਾਨ ਲੱਗਦਾ ਸ਼੍ਰੋਮਣੀ ਅਕਾਲੀ ਦਲ ਔਰ ਬਹੁਜਨ ਸਮਾਜ ਪਾਰਟੀ ਦੇ ਹੱਕ 'ਚ ਲੱਗਦਾ। ਮੈਂ ਰੋਬ ਜੀ ਨੂੰ ਜੋ ਸਵਾਲ ਪੁੱਛਿਆ ਸੀ, ਮੈਂ ਤੁਹਾਡਾ ਦੁਬਾਰਾ ਦੁਹਰਾਉਣਾ ਸਵਾਲ। ਉਹ ਮੇਰੇ ਪੁੱਛਣਾ ਦਾ ਸਵਾਲ ਇਹ ਸੀਗਾ ਵੀ ਸਾਡੇ ਖੇਤਰ ਨੇ ਹਰ ਖੇਤਰ 'ਚ ਪ੍ਰਾਪਤੀਆਂ ਕੀਤੀਆਂ ਨੇ, ਪਰ ਸਿਆਸਤ ਪੱਖੋਂ, ਰਾਜਨੀਤੀ ਪੱਖੋਂ ਚੰਗੇ ਲੀਡਰ ਵੀ ਦਿੱਤੇ ਨੇ, ਪਰ ਅਸੀਂ ਜੋ ਸਹੂਲਤਾਂ ਦੀ ਗੱਲ ਚੱਲਦੀ ਹੈ, ਸਾਡੇ ਨਾ ਹੀ ਕੋਈ ਮੈਡੀਕਲ ਕਾਲਜ ਹੈ। ਸਾਡੇ ਜਦੋਂ ਸਰਕਾਰੀ ਹਸਪਤਾਲ ਬੁਢਲਾਡੇ ਕੋਈ ਡਿਲੀਵਰੀ ਕੇਸ ਪਹੁੰਚਦਾ ਤਾਂ ਇਹ ਸੋਚਿਆ ਜਾਂਦਾ, ਪਹਿਲੇ ਹੀ ਦਿਮਾਗ 'ਚ ਬੈਠੇ ਹੁੰਦੇ ਗੱਲ ਵੀ ਯਾਰ ਮਾਨਸਾ ਰੈਫਰ ਹੋਊਗਾ, ਵੀ ਮਾਨਸਾ ਤੋਂ ਹੋ ਸਕਦਾ ਜਾਂ ਪਟਿਆਲੇ ਰੈਫਰ ਹੋ ਜਾਏ। ਯਾਰ ਇਹ ਰੈਫਰ ਹੋ ਨਿੱਕੀ ਨਿੱਕੀ ਬਿਮਾਰੀ ਵਾਸਤੇ ਵੀ ਸਾਨੂੰ ਦੂਰ ਜਾਣਾ ਪੈਂਦਾ। ਕੀ ਕਦੇ ਇਹ ਹੱਲ ਹੋਊਗਾ ਵੀ ਇੱਥੇ ਇਲਾਜ ਲੋਕਾਂ ਸੰਭਵ ਹੋਊਗਾ? ਮੇਰੀ ਵਾਹਿਗੁਰੂ ਜੀ ਸਾਨੂੰ ਜਿਹੜੀ ਤਾਕਤ ਬਖਸ਼ਣ, ਤਾਂ ਮੇਰਾ ਇਹ ਪਹਿਲਾ ਏਜੰਡਾ ਹੋਏਗਾ ਵੀ ਜਿਹੜੇ ਹਲਕਾ ਬੁਢਲਾਡਾ ਦੇ ਵਿੱਚ ਪੈਂਦੇ ਹਸਪਤਾਲ ਨੇ, ਜਿਨ੍ਹਾਂ ਦੀਆਂ ਬਿਲਡਿੰਗਾਂ ਸਾਰੀਆਂ ਸ਼੍ਰੋਮਣੀ ਅਕਾਲੀ ਦਲ ਨੇ ਬਣਾਈਆਂ। ਤੁਸੀਂ ਬੁਢਲਾਡਾ ਦੇ ਹਸਪਤਾਲ ਦੀ ਗੱਲ ਕਰ ਲਓ, ਬਰੇਟਾ ਦੇ ਸਰਕਾਰੀ ਹਸਪਤਾਲ ਦੀ ਗੱਲ ਕਰ ਲਓ, ਬਿਲਡਿੰਗਾਂ ਬਹੁਤ ਅੱਛੀਆਂ ਬਣ ਗਈਆਂ, ਪਰ ਜਿਹੜੇ ਉਹਦੇ ਵਿੱਚ ਮੈਨ ਪਾਵਰ ਆ ਉਹਦੀ ਘਾਟ ਹੈਗੀ ਆ। ਨਾ ਤਾਂ ਪਿੱਛੇ ਸਰਕਾਰ ਨੇ, ਕਾਂਗਰਸ ਦੀ ਸਰਕਾਰ ਨੇ ਉਹਨਾਂ ਦੇ ਵਿੱਚ ਕੋਈ ਭਰਤੀ ਕਰਨ ਦੀ ਕੋਸ਼ਿਸ਼ ਕੀਤੀ, ਤੇ ਮੇਰੀ ਇਹ ਪਹਿਲ ਦੇ ਆਧਾਰ ਤੇ ਕੋਸ਼ਿਸ਼ ਹੋਏਗੀ ਜੇ ਸਰਕਾਰ ਬਣ ਜਾਂਦੀ ਆ ਤਾਂ ਮੈਂ ਬੀਬਾ ਹਰਸਿਮਰਤ ਕੌਰ ਜੀ ਬਾਦਲ ਔਰ ਬਾਦਲ ਸਾਹਿਬ ਨੂੰ ਬੇਨਤੀ ਕਰਕੇ ਸਪੈਸ਼ਲ ਇੱਥੇ ਜਿਹੜਾ ਸਟਾਫ ਹੈ ਉਹ ਇਹਨਾਂ ਹਸਪਤਾਲਾਂ ਦੇ ਵਿੱਚ ਲਿਆ ਕੇ ਔਰ ਇਹਨਾਂ ਦੀ ਸਰਵਿਸਿਜ਼ ਜਿਹੜੀਆਂ ਇੰਪਰੂਵ ਕਰਨ ਦੀ ਕੋਸ਼ਿਸ਼ ਕਰਾਂਗੇ। ਇੱਕ ਮੇਰੀ ਹੋਰ ਵਿਚਾਰ ਹੈਗੀ ਹੈ, ਜੇ ਦਾਸ ਨੂੰ ਤੁਸੀਂ ਮੌਕਾ ਦਿੰਦੇ ਹੋ ਤਾਂ ਜਿਹੜਾ ਮੈਂ ਹਲਕਾ ਬੁਢਲਾਡਾ 'ਚ ਹੀ ਇੱਕ ਮਲਟੀ ਸਪੈਸ਼ਲਿਟੀ ਹਸਪੀਟਲ ਬਣਾਉਣ ਦਾ ਮੇਰਾ ਵਿਚਾਰ ਹੈ, ਜਿੱਥੇ ਨੋਮੀਨਲ ਚਾਰजेस ਹੋਣ, ਜੇ ਗਰੀਬ ਬੰਦੇ ਕੋਲ ਨਹੀਂ ਪੈਸੇ ਉੱਥੇ ਵੀ ਉਹਦਾ ਵੀ ਇਲਾਜ ਹੋ ਜੇ, ਤਾਂ ਉਹ ਵਿਚਾਰ ਜਿਹੜਾ ਹੈਗਾ ਮਲਟੀ ਸਪੈਸ਼ਲਿਟੀ ਹਸਪੀਟਲ ਬਣਾਉਣ ਦਾ। ਤੁਹਾਡਾ ਆਪਣਾ ਸਰਕਾਰੀ ਹਸਪਤਾਲ ਦੀ ਗੱਲ ਕਰਦੇ ਵੀ ਸੀ? ਮੈਂ ਸਰਕਾਰੀ ਤਾਂ ਮੈਂ ਇੰਪਰੂਵ ਕਰਨ ਬਾਰੇ ਸੋਚ ਰਿਹਾ ਵੀ ਬਹੁਤ ਉਹਦੀਆਂ ਸਰਵਿਸਿਜ਼ ਇੰਪਰੂਵ ਕਰਾਂਗੇ ਜੀ, ਤੇ ਪ੍ਰਾਈਵੇਟ ਜਿਹੜਾ ਹੈਗਾ ਮੈਂ ਸੋਚਦਾ ਉਹ ਹਸਪੀਟਲ ਤਾਂ ਵੀ ਮੈਂ ਬਣਾਉਣ ਦਾ ਮਨ ਬਣਾ ਹੀ ਲਿਆ, ਭਾਵੇਂ ਜਿਵੇਂ ਕਹਿੰਦੇ ਆ ਵੀ ਜੋ ਵੀ ਹੋਵੇ। ਮੇਰਾ ਇਹ ਲੌਂਗ ਟਰਮ ਪਲਾਨ ਹੈ ਵੀ ਇੱਥੇ ਆਪਾਂ ਇੱਕ ਮਲਟੀ ਸਪੈਸ਼ਲਿਟੀ ਹਸਪੀਟਲ ਦਈਏ ਜਿਹੜੇ ਸਰਵਿਸਿਜ਼ ਜਿਹੜੀਆਂ ਲੋਕਾਂ ਨੂੰ ਮਿਲਣ। ਡਾਕਟਰ ਸਾਹਿਬ, ਆਮ ਆਦਮੀ ਪਾਰਟੀ ਕੋਲੇ ਇੱਕ ਫੰਡਾ ਹੈ, ਉਹ ਇਹ ਹੈ ਵੀ ਜਦੋਂ ਅਸੀਂ ਕਾਂਗਰਸ ਦੀ ਗੱਲ ਕਰਦੇ ਹਾਂ ਤਾਂ ਸਰਦੂਲਗੜ੍ਹ ਹਲਕੇ 'ਚੋਂ ਮੀਆਂ ਪਰਿਵਾਰ ਨੂੰ ਟਿਕਟ ਦਿੱਤੀ ਜਾਂਦੀ ਹੈ। ਡਾਕਟਰ ਨਿਸ਼ਾਨ ਵੀ ਕਹਿੰਦੇ ਮਾਨਸਾ ਤੋਂ ਹੈ। ਇਸ ਗੱਲ ਬਾਰੇ ਤੁਸੀਂ ਕੀ ਸੋਚਦੇ ਹੋ ਵੀ ਲੋਕਾਂ ਨੂੰ ਕੀ ਜਾ ਕੇ ਵਿਸ਼ਵਾਸ ਦਿਵਾਓਗੇ ਵੀ ਭਾਈ ਵੀ ਮੈਂ ਬੁਢਲਾਡਾ ਹਲਕੇ 'ਚ ਤੁਹਾਡੀ ਸੇਵਾ ਵਾਸਤੇ ਪਹਿਲਾਂ ਵੀ ਸੀ ਜਾਂ ਹੁਣ ਵੀ ਰਹੂੰਗਾ? ਦੇਖੋ ਜੀ, ਜਦੋਂ ਦਾ ਮੈਂ ਸਿਆਸਤ ਦੇ ਵਿੱਚ ਆਇਆ ਪਿਛਲੇ 5 ਸਾਲ ਤੋਂ ਜੀ, ਤੇ ਬੁਢਲਾਡਾ ਹਲਕੇ ਦਾ ਹਰੇਕ ਪਿੰਡ ਦਾ, ਹਰੇਕ ਵਾਰਡ ਦਾ ਵਿਅਕਤੀ ਇਹ ਸੋਚਦਾ ਹੋਣਾ ਵੀ ਡਾਕਟਰ ਸਾਹਿਬ ਕੋਲ ਜਦੋਂ ਗਏ ਆ ਤਾਂ ਉਹਨਾਂ ਨੇ ਸੇਵਾ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਆਪਣੀ ਗੱਲ ਕਰਦਾ, ਜਿਹੜਾ ਵੀ ਆਪਣੇ ਹਲਕੇ ਦਾ ਗਿਆ, ਬੁਢਲਾਡੇ ਹਲਕੇ ਦਾ, ਉਹਨੂੰ ਸਪੈਸ਼ਲ ਅਟੈਂਸ਼ਨ ਔਰ ਜਿਹੜੇ ਚਾਰजेस ਆ ਉਹ ਵੀ ਬੜੇ ਘੱਟ ਕੋਸ਼ਿਸ਼ ਕਰਦਾ ਸੀ ਮੈਂ ਵੀ ਜਿਹੜੇ ਆਪਣੇ ਹਲਕੇ ਤੋਂ ਪੇਸ਼ੈਂਟ ਜਾਂਦੇ ਆ ਉਹਨਾਂ ਨੂੰ ਮੈਂ ਘੱਟੋ ਘੱਟ ਪੈਸਾ ਜਿਹੜਾ ਲੈ ਕੇ ਉਹਨਾਂ ਦਾ ਵਧੀਆ ਇਲਾਜ ਕਰ ਸਕਾਂ। ਤੇ ਇਹ ਮੈਨੂੰ ਆਪਣਾ ਹੀ ਸਮਝਦੇ ਆ ਸਾਰੇ। ਤੁਸੀਂ ਕਿਸੇ ਪਿੰਡ ਚਲੇ ਜਾਓ ਹਲਕੇ ਦੇ ਵਿੱਚ, ਕਿਸੇ ਵਾਰਡ 'ਚ ਚਲੇ ਜਾਓ, ਮੈਨੂੰ ਆਪ ਹੀ ਉੱਥੇ ਲੋਕ ਆ ਕੇ ਮਿਲਦੇ ਆ ਵੀ ਡਾਕਟਰ ਸਾਹਿਬ ਤੁਸੀਂ ਸਾਡਾ ਆਪਰੇਸ਼ਨ ਕੀਤਾ ਸੀ, ਤੁਸੀਂ ਸਾਡਾ ਇਲਾਜ ਕੀਤਾ ਸੀ। ਤੇ ਫਿਰ ਮੈਂ ਆਪਦੇ ਆਪ ਨੂੰ ਬੁਢਲਾਡੇ ਤੋਂ ਵੱਖ ਕਿਵੇਂ ਦੇਖਾਂ? ਮੇਰਾ
ਇਹ ਮਤਲਬ ਕਿ ਦੂਸਰੇ ਕੈਂਡੀਡੇਟਸ ਬਾਰੇ ਮੈਂ ਕੁਝ ਨਹੀਂ ਕਹਿੰਦਾ। ਜੀ ਜੀ ਮੇਰੀ ਆਪਦੀ ਪਤਾਇਸ਼ ਹਲਕੇ ਦੇ ਪਿੰਡ ਹਾਕਮਵਾਲਾ ਦੀ ਹੈ। ਜੀ ਸਾਡੇ ਚਾਚੇ ਤਾਏ ਸਾਡੇ ਸਾਰੇ ਰਿਸ਼ਤੇਦਾਰ ਉੱਥੇ ਰਹਿ ਰਹੇ ਆ। ਇਹ ਵੱਖਰੀ ਗੱਲ ਆ, ਮੇਰੇ ਪਿਤਾ ਜੀ ਥੋੜੇ ਜ਼ਿਆਦਾ ਮਤਲਬ ਪੜ੍ਹੇ ਲਿਖੇ ਹੋਣ ਕਰਕੇ ਪਹਿਲੇ ਗ੍ਰੈਜੂਏਟ ਸੀ। ਮੇਰੇ ਪਿਤਾ ਜੀ ਸਰਦਾਰ ਮਲਕੀਤ ਸਿੰਘ ਕੌਲਤਰ ਸਾਹਿਬ, ਉਹ ਪਹਿਲੇ ਗ੍ਰੈਜੂਏਟ ਸੀ ਪਿੰਡ ਦੇ, ਔਰ ਉਹ ਮੁੱਖ ਖੇਤੀਬਾੜੀ ਅਫਸਰ ਦੀ ਜੌਬ ਤੱਕ ਗਏ, ਮਤਲਬ ਕਿ ਉਹਨਾਂ ਨੇ ਸੇਵਾਵਾਂ ਕੀਤੀਆਂ। ਫਿਰ ਉਹ ਜਦੋਂ ਮੁੱਖ ਖੇਤੀਬਾੜੀ ਅਫਸਰ ਬਣੇ ਤਾਂ ਉਹਨੂੰ ਜ਼ਿਲ੍ਹਾ ਲੈਵਲ ਤੇ ਹੀ ਜਾਣਾ ਪੈਂਦਾ ਸੀ, ਤੇ ਇਸ ਕਰਕੇ ਉਹਨਾਂ ਨੇ ਮਾਨਸਾ ਘਰ ਬਣਾ ਲਿਆ। ਤੇ ਅਸੀਂ ਕਦੇ ਪਿੰਡ ਤੋਂ ਟੁੱਟੇ ਨਹੀਂ। ਪਿੰਡ ਦੇ ਵਿੱਚ ਕੋਈ ਵੀ ਵਿਆਹ ਸ਼ਾਦੀ ਹੋਵੇ, ਪਿੰਡ ਦੇ ਵਿੱਚ ਕੋਈ ਵੀ ਫੰਕਸ਼ਨ ਹੋਵੇ, ਪਿੰਡ ਦੇ ਵਿੱਚ ਕੋਈ ਟੂਰਨਾਮੈਂਟ ਹੋਵੇ, ਕੋਈ ਵੀ ਸਾਂਝਾ ਕੰਮ ਹੋਵੇ, ਅਸੀਂ ਉਹਦੇ ਵਿੱਚ ਹਾਜ਼ਰ ਰਹਿੰਦੇ ਜੀ। ਅੱਜ ਹਾਕਮਵਾਲਾ ਪਿੰਡ ਰਾਜਨੀਤਿਕ ਪੱਧਰ ਤੇ ਸਰਗਰਮ ਹੈ, ਤੇ ਅਕਾਲੀ ਦਲ ਦੇ ਵਿੱਚ ਉੱਥੋਂ ਦੇ ਦੂਜੇ ਪਟਵਾਰੀ ਸਾਹਿਬ ਨੇ ਵੀ ਸੀਟ ਵਾਸਤੇ ਦਰਜ ਕੀਤਾ ਹੋਇਆ ਸੀ ਆਪਣੀ ਫਾਈਲ ਹੈ ਜਿਹੜੀ। ਹਾਂਜੀ ਦੀਦੀ, ਜਦੋਂ ਅਸੀਂ ਗੱਲ ਕਰਦੇ ਹਾਂ ਕਬੱਡੀ ਖੇਤਰ ਦੀ, ਹਾਕਮਵਾਲਾ ਪਿੰਡ ਦਾ ਨੌਜਵਾਨ, ਮੈਂ ਕਬੱਡੀ ਦੀ ਗੱਲ ਤਾਂ ਜ਼ਿਆਦਾ ਹੀ ਲੈਣਾ ਹੁੰਦਾ, ਮੈਨੂੰ ਲੱਗਦਾ ਹੁੰਦਾ ਅਸੀਂ ਨਾ ਸਰਲੇਖ ਜਰੀਏ ਕਬੱਡੀਆਂ ਨੂੰ ਜ਼ਿਆਦਾ ਚਾਹਣ ਲੱਗ ਜਾਂਦੇ ਕਈ ਵਾਰੀ। ਸਾਨੂੰ ਲੱਗਦਾ ਹੁੰਦਾ ਵੀ ਸਰਕਲ ਸਟਾਈਲ ਦੇ ਕਬੱਡੀ ਦੇ ਜਿਹੜੇ ਖਿਡਾਰੀ ਨੇ ਉਹਨਾਂ ਦੀ ਸਮੱਸਿਆਵਾਂ ਬਹੁਤ ਜ਼ਿਆਦਾ ਨੇਗੀਆਂ। ਤੁਹਾਡੇ ਹਾਕਮਵਾਲਾ ਪਿੰਡ ਦੇ ਜੱਗੂ ਹਾਕਮਵਾਲੇ ਨੇ ਅੱਜ ਇੰਟਰਨੈਸ਼ਨਲ ਪੱਧਰ ਤੱਕ ਨਾਂ ਚਮਕਾਇਆ, ਤੇ ਸ਼੍ਰੋਮਣੀ ਅਕਾਲੀ ਦਲ ਕਬੱਡੀ ਦੀ ਗੱਲ ਵੀ ਕਰਦਾ। ਦੂਜੀਆਂ ਪਾਰਟੀਆਂ ਦੇ ਏਜੰਡੇ ਤੇ ਕਬੱਡੀ ਕਿਉਂ ਨਹੀਂ ਆਈ? ਸ਼੍ਰੋਮਣੀ ਅਕਾਲੀ ਦਲ ਬਾਦਲ ਜੇ ਕਬੱਡੀ ਤੇ ਐਲਾਨ ਕਰ ਰਿਹਾ ਹੈ ਕਿ ਸਰਕਲ ਸਟਾਈਲ ਕਬੱਡੀ ਨੂੰ ਮਾਨਤਾ ਦਿਵਾਉਣ ਲਈ ਤੁਸੀਂ ਪੱਬਾ ਭਾਰ ਹੋਵੋਗੇ, ਅੱਗੇ ਪਹਿਲ ਕਦਮੀ ਕਰੋਗੇ? ਮੈਨੂੰ ਇਸ ਗੱਲ ਦਾ ਬੜਾ ਮਾਣ ਹੈ ਕਿ ਜੱਗੂ ਹਾਕਮਵਾਲੀਆ ਸਾਡੇ ਪਿੰਡ ਦਾ ਮੁੰਡਾ ਮਤਲਬ ਕਿ ਕਬੱਡੀ ਦੇ ਵਿੱਚ ਇੰਨੀ ਵੱਡੀ ਤਰੱਕੀ ਕਰ ਗਿਆ ਜੀ। ਮਾਂ ਖੇਡ ਕਬੱਡੀ ਨੂੰ ਪਿਆਰ ਕਰਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਰਕਰਸ ਔਰ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ। ਉਹਨਾਂ ਨੇ ਕਬੱਡੀ ਕੱਪ ਕਰਾਇਆ। ਤੁਸੀਂ ਜਿਸ ਤਰ੍ਹਾਂ ਸਰਕਲ ਸਟਾਈਲ ਕਬੱਡੀ ਦੀ ਗੱਲ ਕਰਦੇ ਹੋ, ਮੈਂ ਉਹਨਾਂ ਸਾਹਮਣੇ ਇਹ ਵੀ ਮੰਗ ਰੱਖਾਂਗਾ, ਜਦੋਂ ਕਿਉਂਕਿ ਹੁਣ ਇਹ ਜਿਹੜੇ 5 ਸਾਲ ਲੰਘੇ ਕਾਂਗਰਸ ਦੀ ਗਵਰਨਮੈਂਟ ਦੇ ਦੌਰਾਨ, ਇਸ 'ਚ ਤਾਂ ਕਬੱਡੀ ਨੂੰ ਉਹਨਾਂ ਨੇ ਅਣਦੇਖਿਆ ਹੀ ਕਰ ਦਿੱਤਾ। ਤੇ ਬਾਦਲ ਸਾਹਿਬ ਆਉਣਗੇ, ਮੈਨੂੰ ਲੱਗਦਾ ਉਹ ਦਿਨ ਫੇਰ ਆਉਣਗੇ ਔਰ ਕਬੱਡੀ ਕੱਪ ਫੇਰ ਹੋਇਆ ਕਰਨਗੇ। ਆਪਾਂ ਸਰਕਲ ਸਟਾਈਲ ਕਬੱਡੀ ਵਾਸਤੇ ਵੀ ਬਾਦਲ ਸਾਹਿਬ ਨੂੰ ਬੇਨਤੀ ਕਰਾਂਗੇ, ਔਰ ਇਹ ਜਿਹੜੀਆਂ ਭਾਵਨਾਵਾਂ ਹੈਗੀਆਂ ਆਪਣੇ ਪਿੰਡਾਂ ਦੀਆਂ, ਤੁਹਾਡੀਆਂ, ਉਹ ਮੈਂ ਬਾਦਲ ਸਾਹਿਬ ਤੱਕ ਪਹੁੰਚਾਵਾਂਗਾ। ਜਦੋਂ ਅਸੀਂ ਬੁਢਲਾਡੇ ਦੀ ਹਲਕੇ ਦੀ ਗੱਲ ਕਰਦੇ ਹਾਂ ਤਾਂ ਪਿੱਛੇ ਜੇ ਸਰਕਾਰ ਵੱਲੋਂ ਬੁਢਲਾਡੇ ਨੂੰ ਸੁੰਦਰ ਸਿਟੀ ਹੋਣ ਦਾ ਦਰਜਾ ਪ੍ਰਾਪਤ ਹੋ ਜਾਂਦਾ ਹੈ, ਉਹਨੂੰ ਅਵਾਰਡ ਤੱਕ ਦੇ ਦਿੱਤਾ ਜਾਂਦਾ ਹੈ। ਤੁਸੀਂ ਸੱਚੀ ਦੱਸਿਓ, ਤੁਸੀਂ ਬੁਢਲਾਡੇ ਹਲਕੇ 'ਚ ਵਿਚਰਦੇ ਹੋ, ਤੁਸੀਂ ਬੁਢਲਾਡੇ ਸ਼ਹਿਰ 'ਚ ਵਿਚਰਦੇ ਹੋ, ਤੁਹਾਨੂੰ ਕਿਤੇ ਸੁੰਦਰਤਾ ਨਜ਼ਰ ਆਉਂਦੀ ਹੈ? ਬੁਢਲਾਡਾ ਹਲਕੇ ਦੇ ਵਿੱਚ ਜਿੰਨਾ ਵੀ ਵਿਕਾਸ ਕਰਾਇਆ ਹੈਗਾ ਜੀ, ਉਹ ਬੀਬਾ ਹਰਸਿਮਰਤ ਕੌਰ ਬਾਦਲ ਜੀ ਦੇ ਦਿੱਤੀਆਂ ਗ੍ਰਾਂਟਾਂ ਦੇ ਨਾਲ ਹੀ ਹੋਇਆ ਜੀ। ਭਾਵੇਂ ਆਪਾਂ ਬੋਹਾ ਦੀ ਗੱਲ ਕਰ ਲਈਏ, ਭਾਵੇਂ ਬੁਢਲਾਡਾ ਦੀ ਗੱਲ ਕਰ ਲਈਏ, ਭਾਵੇਂ ਬਰੇਟਾ ਦੀ ਗੱਲ ਕਰ ਲਈਏ ਜਾਂ ਪਿੰਡਾਂ ਦੀ ਗੱਲ ਕਰ ਲਈਏ ਜੀ। ਤੇ ਇਹਦੇ ਵਿੱਚ ਤਾਂ ਬਾਦਲ ਪਰਿਵਾਰ ਔਰ ਬੀਬਾ ਜੀ ਔਰ ਸ਼੍ਰੋਮਣੀ ਅਕਾਲੀ ਦਲ ਵੀ ਗ੍ਰਾਂਟਾਂ ਦੇ ਮਾਮਲੇ 'ਚ ਤਾਂ ਮੈਨੂੰ ਐਂ ਲੱਗਦਾ ਵੀ ਸਭ ਤੋਂ ਮੋਹਰੀ ਰਿਹਾ। ਜਿਹੜੀ ਸੁੰਦਰਤਾ ਦੀ ਤੁਸੀਂ ਗੱਲ ਕਰ ਰਹੇ ਹੋ, ਇੱਕ ਸ਼ਿਕਵਾ ਇਹ ਵੀ ਰਹਿੰਦਾ ਹੈ ਐਮਪੀ ਸਾਹਿਬ ਤੇ ਹਰਸਿਮਰਤ ਕੌਰ ਬਾਦਲ ਤੇ ਵੀ, ਜਿਵੇਂ ਰੋਬਨ ਕਹਿੰਦਾ ਵੀ ਸੁਖਬੀਰ ਬਾਦਲ ਸਭ ਤੋਂ ਵੱਧ ਗੇੜੇ ਪੰਜਾਬ 'ਚ ਮਾਰ ਲੈਂਦਾ। ਹਰਸਿਮਰਤ ਕੌਰ ਨੇ ਗ੍ਰਾਂਟਾਂ ਬਹੁਤ ਦਿੱਤੀਆਂ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਬਹੁਤੇ ਲੋਕ ਮੰਨਦੇ ਵੀ ਨੇ, ਪਰ ਇਹ ਨਹੀਂ ਦੇਖਿਆ ਗਿਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਗ੍ਰਾਂਟਾਂ ਲੱਗੀਆਂ ਕਿੱਥੇ ਨੇ। ਕਾਸ਼ ਜੇ ਕਿਤੇ ਇਹ ਵੀ ਪੂਰਾ ਧਿਆਨ ਦਿੱਤਾ ਜਾਂਦਾ ਤਾਂ ਅੱਜ ਬੁਢਲਾਡੇ ਹਲਕੇ ਦੀ ਨੁਹਾਰ ਕੁਝ ਹੋਰ ਹੋਣੀ। ਮੈਂ ਸੁੱਖੀ ਤੁਹਾਡੀ ਇਸ ਗੱਲ ਨਾਲ ਬਿਲਕੁਲ ਸਹਿਮਤ ਹਾਂ ਵੀ ਜੇ ਆਪਾਂ ਜਿਹੜੀਆਂ ਗ੍ਰਾਂਟਸ ਦਿੱਤੀਆਂ, ਜਿਹੜਾ ਕੋਈ ਪੈਸਾ ਦਿੱਤਾ, ਉਹਦਾ ਹਿਸਾਬ ਕਿਤਾਬ ਵੀ ਚੰਗੀ ਤਰ੍ਹਾਂ ਆਡਿਟ ਕਰ ਲਈਏ ਤਾਂ ਉਹ 'ਚ ਵੀ ਕੋਈ ਮਾੜੀ ਗੱਲ ਨਹੀਂ। ਅੱਗੇ ਤੋਂ ਅਸੀਂ ਕੋਸ਼ਿਸ਼ ਕਰਾਂਗੇ ਜਿਹੜੀਆਂ ਬੀਬਾ ਜੀ ਵੱਲੋਂ ਆਈਆਂ ਹੋਈਆਂ ਗ੍ਰਾਂਟਾਂ ਹੋਣਗੀਆਂ ਉਹਦਾ ਅਸੀਂ ਪ੍ਰੋਪਰ ਆਡਿਟ ਵੀ ਕਰਾਇਆ ਕਰਾਂਗੇ ਜੀ। ਇੱਕ ਸ਼ਿਕਵਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਜ਼ਿਆਦਾ ਰਹਿੰਦਾ, ਬੇਸ਼ੱਕ ਅਸੀਂ ਪ੍ਰਸ਼ੰਸਾ ਨਹੀਂ ਕਰ ਲਏ, ਪਰ ਇੱਕ ਪ੍ਰਿੰਸੀਪਲ ਬੁੱਧਰਾਮ ਦੇ ਵਿੱਚ ਇਹ ਹੈਗਾ ਵੀ ਲੋਕ ਸਿੱਧਾ ਰਾਬਤਾ ਕਾਇਮ ਕਰਨ 'ਚ ਕਾਮਯਾਬ ਹੋਵੇ। ਅਕਾਲੀ ਦਲ ਤੇ ਕਾਂਗਰਸ ਦੇ ਵਿੱਚ ਇਹ ਲੋਕ ਸ਼ਿਕਵਾ ਕਰਦੇ ਨੇ ਵੀ ਸਾਨੂੰ ਜਦੋਂ ਕਿਸੇ ਐਮਐਲਏ ਨੂੰ ਮਿਲਣਾ, ਜਦੋਂ ਕਿਸੇ ਐਮਪੀ ਨੂੰ ਮਿਲਣਾ ਤਾਂ ਕਿਸੇ ਦਾ ਸਹਾਰਾ ਹੀ ਲੈਣਾ ਪੈਂਦਾ। ਇਹ ਜਿਹੜਾ ਸ਼ਿਕਵਾ ਲੋਕਾਂ ਦਾ ਡਾਕਟਰ ਨਿਸ਼ਾਨ ਦੂਰ ਕਰ ਪਾਉਣਗੇ? ਬਿਲਕੁਲ ਦੂਰ ਕਰ ਸਕਾਂਗੇ ਜੀ। ਐਕਚੁਅਲੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ ਨਾ, ਇਹ ਇੱਕ ਸੰਗਠਨ ਵਾਲੀ ਪਾਰਟੀ ਹੈ ਜੀ। ਇਹਦਾ ਪਿੰਡ ਪੱਧਰ ਤੇ ਔਰ ਫਿਰ ਸਰਕਲ ਪੱਧਰ ਤੇ ਫਿਰ ਹਲਕਾ ਪੱਧਰ ਤੇ ਇੱਕ ਪੂਰਾ ਢਾਂਚਾ ਹੈਗਾ ਜੀ। ਤੇ ਮੈਂ ਨਹੀਂ ਸਮਝਦਾ, ਮੈਂ ਦੂਜੀਆਂ ਪਾਰਟੀਆਂ ਬਾਰੇ ਕੁਝ ਕਹਿੰਦਾ ਨਹੀਂ, ਉਹਨਾਂ ਦਾ ਇਸ ਤਰ੍ਹਾਂ ਦਾ ਢਾਂਚਾ ਨਹੀਂ ਹੈਗਾ ਸਾਡੇ ਹਲਕੇ ਦੇ ਵਿੱਚ। ਤੇ ਇੱਥੇ ਢਾਂਚੇ ਦੇ ਮੁਤਾਬਕ ਹੀ ਪਿੰਡ ਵਾਲਾ ਜਿਹੜਾ ਸਰਕਲ ਜਥੇਦਾਰ ਕੋਲ ਜਾਂਦਾ, ਸਰਕਲ ਜਥੇਦਾਰ ਹਲਕਾ ਸੇਵਾਦਾਰ ਕੋਲ ਜਾਂਦਾ, ਹਲਕਾ ਸੇਵਾਦਾਰ ਅੱਗੇ ਗੱਲ ਜਿਹੜੀ ਪਹੁੰਚਾਉਂਦਾ ਹੈਗਾ।
ਤੇ ਇਸ ਤਰ੍ਹਾਂ ਦਾ ਸਿਸਟਮ ਹੈਗਾ। ਸਿਸਟਮ ਦੇ ਮੁਤਾਬਕ ਹੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਕੰਮ ਕਰ ਰਿਹਾ ਹੈਗਾ ਤੇ ਸਾਨੂੰ ਇਸ ਸਿਸਟਮ 'ਚ ਕੋਈ ਪ੍ਰੋਬਲਮ ਨਹੀਂ ਹੈਗੀ। ਵਧੀਆ ਸਾਡਾ ਸਿਸਟਮ। ਜੇ ਕੋਈ ਚਾਹੇ, ਜੇ ਅਸੀਂ ਹੁਣ ਚਾਹੀਏ ਬੀਬਾ ਬਾਦਲ ਨੂੰ ਮਿਲਣਾ ਜਾਂ ਸੁਖਬੀਰ ਬਾਦਲ ਜੀ ਨੂੰ ਮਿਲਣਾ ਤਾਂ ਅਸੀਂ ਮਿਲ ਸਕਦੇ ਹਾਂ। ਅੱਜ ਦੀ ਡੇਟ 'ਚ ਹੀ ਮਿਲ ਸਕਦੇ ਹਾਂ। ਜੇ ਅਸੀਂ ਸੋਚੀਏ ਵੀ 3 ਘੰਟਿਆਂ 'ਚ ਮਿਲਣਾ 3 ਘੰਟਿਆਂ 'ਚ ਮਿਲ ਸਕਦੇ ਹਾਂ। ਦੂਜੀਆਂ ਪਾਰਟੀਆਂ ਕੋਲੇ ਇਹ ਨਹੀਂ ਵੀ ਆਪਦੇ ਨੇਤਾ ਨੂੰ 2 ਘੰਟਿਆਂ 'ਚ 1 ਘੰਟੇ 'ਚ 3 ਘੰਟਿਆਂ 'ਚ ਮਿਲ ਨਹੀਂ ਸਕਦੇ। ਮੈਨੂੰ ਇੰਨਾ ਕੁ ਲੱਗਦਾ ਕਿਉਂਕਿ ਮੈਂ ਦੇਖਿਆ ਪਿਛਲੇ 5 ਸਾਲਾਂ 'ਚ ਕਾਂਗਰਸ ਦੀ ਗਵਰਨਮੈਂਟ ਰਹੀ ਤਾਂ ਇਸ ਤਰ੍ਹਾਂ ਕੋਈ ਮੈਨੂੰ ਲੱਗਿਆ ਨਹੀਂ ਵੀ ਕੋਈ ਬੰਦਾ ਕਹਿ ਸਕਦਾ ਹੋਵੇ ਵੀ ਅਸੀਂ ਜੀ ਆਹ ਫੜ ਕੇ ਕੰਮ 1 ਦਿਨ ਦੇ ਵਿੱਚ ਉੱਥੋਂ ਜਾ ਕੇ ਕਰਾ ਲਿਆ। ਐਦਾਂ ਮੈਨੂੰ ਨਹੀਂ, ਨਾ ਹੀ ਸੁਣਨ ਚਾਹੀ ਗੱਲ, ਨਾ ਹੀ ਇਹਨਾਂ ਦਾ ਹੈਗਾ ਸਿਸਟਮ। ਜਦੋਂ ਲੋਕ ਭਾਜਪਾ ਦੇ ਵਿੱਚ ਲੀਡਰਾਂ ਦੀ ਖੁੱਲੀ ਭਰਤੀ ਸ਼ੁਰੂ ਹੋ ਰਹੀ ਹੈ ਵੀ ਆ ਜਾਓ ਧੜਾ ਧੜਾ ਆ ਜਾਓ, ਗਰਾਊਂਡ ਪੱਧਰ ਤੱਕ ਹਰ ਬੰਦਾ ਜਿਹੜਾ ਮਾੜਾ ਜਿਹਾ ਚੁਸਕਦਾ ਹੈ ਉਹਨੂੰ ਚੱਕਣ ਤੱਕ ਜਾਂਦੇ ਨੇ ਵੀ ਸਾਡੀ ਪਾਰਟੀ 'ਚ ਆ ਜਾਏ। ਭਾਜਪਾ ਦੇ ਭਾਈਵਾਲ ਰਹੇ ਹੋ, ਕਦੇ ਡਾਕਟਰ ਨਿਸ਼ਾਨ ਤੱਕ ਪਹੁੰਚ ਹੋਈ ਹੈ? ਐਕਚੁਅਲੀ ਉਹਨਾਂ ਨੂੰ ਪਤਾ ਵੀ ਇਹ ਬੰਦਾ ਜਿਹੜਾ ਹੈਗਾ ਡਾਕਟਰ ਨਿਸ਼ਾਨ ਸਿੰਘ, ਇਹ ਸ਼੍ਰੋਮਣੀ ਅਕਾਲੀ ਦਲ ਦਾ ਵਫਾਦਾਰ ਸਿਪਾਹੀ ਆ ਔਰ ਵਫਾਦਾਰ ਸਿਪਾਹੀ ਰਹੇਗਾ ਤੇ ਉਹ ਉੱਥੇ ਅਪਰੋਚ ਕਰਦੇ ਆ ਵੀ ਜਿੱਥੇ ਕੋਈ ਮਾੜਾ ਮੋਟਾ ਉਹਨਾਂ ਨੂੰ ਲੱਗੇ ਵੀ ਇਹ ਮਿਲ ਸਕਦਾ ਬੰਦਾ ਤਾਂ ਉੱਥੇ ਅਪਰੋਚ ਕਰਦੇ। ਪਿੰਡਾਂ ਜਾਂਦੇ ਹੋ, ਬਹੁਤ ਸਾਰੇ ਲੋਕ ਸਮੱਸਿਆਵਾਂ 'ਚ ਉਲਝੇ ਹੋਏ ਨੇ, ਖਾਸ ਕਰਕੇ ਜਦੋਂ ਅਸੀਂ ਲੋਕਡਾਊਨ ਦੀ ਗੱਲ ਚੱਲਦੇ ਹਾਂ। ਲੋਕਡਾਊਨ ਦੇ ਵਿੱਚ ਡਾਕਟਰ ਨਿਸ਼ਾਨ ਦਾ ਰੋਲ ਕਿਹੋ ਜਿਹਾ ਮੰਨਦੇ ਹੋ ਤੁਸੀਂ ਆਪਣੇ ਆਪ ਨੂੰ? ਮੈਂ ਵਧੀਆ ਰੋਲ ਕਰ ਪਾਇਆ ਜਾਂ ਕਿਤੇ ਕਮੀ ਰਹਿ ਗਈ? ਮੈਂ ਆਪਦੇ ਆਪ ਨੂੰ ਐ ਸਮਝਦਾ ਵੀ ਲੋਕਡਾਊਨ 'ਚ ਮੈਂ ਆਪਣਾ ਹਸਪਤਾਲ 1 ਦਿਨ ਵੀ ਨਹੀਂ ਬੰਦ ਕੀਤਾ, ਪ੍ਰਾਈਵੇਟ ਹਸਪਤਾਲ ਜੀ, ਔਰ ਜਿੰਨੀਆਂ ਲੋਕਾਂ ਨੂੰ ਸੇਵਾਵਾਂ ਦੇ ਸਕਿਆ ਉਹ ਮੈਂ ਦਿੱਤੀਆਂ। ਫੋਨ ਤੇ ਸਰਵਿਸਿਜ਼ ਜਿਹੜੀਆਂ ਅਸੀਂ ਉਹ ਕੀਤੀਆਂ। ਸੈਨੀਟਾਈਜ਼ਰ ਬੀਬਾ ਹਰਸਿਮਰਤ ਕੌਰ ਬਾਦਲ ਜੀ ਨੇ ਭੇਜਿਆ ਸੀ। ਅਸੀਂ ਹਲਕੇ ਦੇ ਵਿੱਚ ਜਿੱਥੇ ਵੀ ਸਾਨੂੰ ਲੱਗਦਾ ਸੀ ਵੀ ਕੇਸਿਸ ਹੈਗੇ ਆ ਜਿੱਥੇ ਸੈਨੀਟਾਈਜ਼ ਕਰਨ ਦੀ ਲੋੜ ਪੈਂਦੀ ਆ, ਅਸੀਂ ਆਪ ਵੀ ਛਿੜਕਿਆ ਔਰ ਸਾਡੇ ਵਰਕਰਾਂ ਨੇ ਵੀ ਛਿੜਕਾਇਆ। ਔਰ ਜਿੰਨਾ ਅਸੀਂ ਸ਼੍ਰੋਮਣੀ ਅਕਾਲੀ ਦਲ ਨੇ ਔਰ ਅਸੀਂ ਲੋਕਾਂ ਨੇ ਪਿੰਡਾਂ ਦੇ ਵਿੱਚ ਲੋੜਵੰਦਾਂ ਦੀ ਮਦਦ ਕੀਤੀ, ਖਾਣਾ, ਰਾਸ਼ਨ ਔਰ ਸਿਹਤ ਸੇਵਾਵਾਂ, ਇਹ ਸਾਰਾ ਕੁਝ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਕੀਤਾ ਹੈਗਾ, ਸੇਵਾ ਕੀਤੀ ਹੈਗੀ ਆ ਕਰੋਨਾ ਕਾਲ ਦੇ ਦੌਰਾਨ, ਜਿੰਨੀਆਂ ਦੂਸਰੀਆਂ ਪਾਰਟੀਆਂ ਨੇ ਮੈਨੂੰ ਲੱਗਦਾ ਨਹੀਂ ਕੀਤੀ ਹੋਏਗੀ। ਡਾਕਟਰ ਨਿਸ਼ਾਨ ਕੋਲੇ ਬੁਢਲਾਡਾ ਹਲਕੇ ਲਈ ਕੀ ਰੋਡ ਮੈਪ ਹੈ ਕਿ ਉਹ ਨੌਜਵਾਨਾਂ ਲਈ, ਸਾਡੀਆਂ ਮਾਵਾਂ ਲਈ, ਸਾਡੀਆਂ ਭੈਣਾਂ ਲਈ ਜਾਂ ਹੋਰ ਜਿਹੜੇ ਕਿਸਾਨ ਮਜ਼ਦੂਰ ਲੋਕ ਨੇ, ਜਾਂ ਬੁਢਲਾਡੇ ਦੀਆਂ ਮੁੱਖ ਸਮੱਸਿਆਵਾਂ ਕਿਹੜੀਆਂ ਮੰਨਦੇ ਹੋ ਤੁਸੀਂ? ਕਿਹੜੇ ਏਜੰਡੇ ਲੈ ਕੇ ਚੱਲੇ ਹੋਏ ਡਾਕਟਰ ਨਿਸ਼ਾਨ ਵੀ ਲੋਕਾਂ ਲਈ ਅੱਜ ਜ਼ਰੂਰੀ ਨੇ? ਦੇਖੋ ਜੀ, ਪਹਿਲੀਆਂ ਤਾਂ ਹੈਲਥ ਸਰਵਿਸਿਜ਼ ਜਿਹੜੀਆਂ ਇੰਪਰੂਵ ਕਰਨ ਦੀ ਲੋੜ ਹੈਗੀ ਹੈ। ਬੈਟਰ ਹੈਲਥ ਸਰਵਿਸਿਜ਼ ਅਸੀਂ ਦੇ ਸਕਦੇ ਹਾਂ ਜਿਹੜੀਆਂ, ਜਿੰਨਾ ਕੁ ਸਾਡੇ ਕੋਲ ਸਟਰਕਚਰ ਹੈਗਾ ਉਹਦੇ 'ਚ ਹੈਲਥ ਸਰਵਿਸਿਜ਼ ਜਿਹੜੀਆਂ ਮੈਂ ਹਲਕੇ ਦੇ ਵਿੱਚ ਸੁਧਾਰਨ ਦੀ ਆਪਣੀ ਮੇਰੀ ਪਹਿਲੀ ਪ੍ਰਾਇੋਰਟੀ ਹੋਏਗੀ। ਦੂਜੀ ਪ੍ਰਾਇੋਰਟੀ ਇਹ ਹੋਏਗੀ ਜਿਹੜੇ ਸਾਡੇ ਐਜੂਕੇਸ਼ਨਲ ਇੰਸਟੀਚਿਊਟਸ ਹੈਗੇ ਆ ਉਹਨਾਂ 'ਚ ਅਸੀਂ ਕਿਸ ਤਰ੍ਹਾਂ ਉਹਦੇ ਵਿੱਚ ਸੇਵਾ ਅਸੀਂ ਨਿਭਾ ਸਕਦੇ ਹੈਗੇ। ਤੀਜਾ ਅਸੀਂ ਸੋਚਿਆ ਛੋਟੇ ਛੋਟੇ ਕੰਮਾਂ ਵਾਸਤੇ ਜਿਹੜੇ ਸਾਡੇ ਸੇਵਾ ਕੇਂਦਰ ਤੇ ਸੁਵਿਧਾ ਕੇਂਦਰ ਬੰਦ ਪਏ ਉਹਨਾਂ ਨੂੰ ਚਲਾਉਣ ਦੀ ਸਾਡੀ ਪ੍ਰਾਇੋਰਟੀ ਹੋਏਗੀ ਵੀ ਉਹ ਸਾਰੇ ਚੱਲ ਜਾਣ, ਕਿਉਂਕਿ ਜਿਹੜੀਆਂ ਸੇਵਾਵਾਂ ਪਿੰਡ ਪੱਧਰ ਤੇ ਮਿਲ ਸਕਦੀਆਂ ਜਾਂ ਥੋੜੇ ਨੇੜੇ ਦੇ ਪਿੰਡ 'ਚ ਮਿਲ ਸਕਦੀਆਂ, ਅਸੀਂ ਉਹਦੇ ਵਾਸਤੇ ਬੁਢਲਾਡਾ ਜਾਂ ਮਾਨਸਾ ਜਾਣ ਦੀ ਲੋੜ ਨਾ ਪਵੇ। ਤੇ ਕੋਸ਼ਿਸ਼ ਕਰਾਂਗੇ ਵੀ ਅਸੀਂ ਜਿਹੜੀਆਂ ਇਹ ਸਰਵਿਸਿਜ਼ ਜਿਹੜੀਆਂ ਬਹਾਲ ਹੋ ਜਾਣ। ਪਿੰਡਾਂ ਦੇ ਵਿੱਚ ਸਾਡੇ ਜਿਹੜੇ RO ਬੰਦ ਪਏ ਆ ਉਹਨਾਂ ਨੂੰ ਵੀ ਅਸੀਂ ਪ੍ਰਾਇੋਰਟੀ ਤੇ ਲਵਾਉਣ ਦੀ ਕੋਸ਼ਿਸ਼ ਕਰਾਂਗੇ, ਉਹਨਾਂ ਨੂੰ ਚਲਾਉਣ ਦੀ ਕੋਸ਼ਿਸ਼ ਕਰਾਂਗੇ। ਪਿੰਡਾਂ ਦੇ ਵਿੱਚ ਜਿਹੜੇ ਭਰਾਵਾਂ ਦੀਆਂ ਮੋਟਰਾਂ ਰਹਿ ਗਈਆਂ, ਮੋਟਰਾਂ ਸ਼੍ਰੋਮਣੀ ਅਕਾਲੀ ਦਲ ਨੇ ਦਿੱਤੀਆਂ ਕਿਸਾਨਾਂ ਨੂੰ, ਹੋਰ ਕਿਸੇ ਪਾਰਟੀ ਨੇ ਅੱਜ ਤੱਕ ਨਹੀਂ ਦਿੱਤੀਆਂ। ਮੈਂ ਦੇਖਿਆ ਪਿਛਲੇ 5 ਸਾਲਾਂ ਦੇ ਵਿੱਚ ਕਾਂਗਰਸ ਨੇ ਕੋਈ ਵੀ ਮੋਟਰ ਮੇਰੀ ਨਿਗਾਹ 'ਚ ਨਹੀਂ ਆਈ ਵੀ ਕਿਸੇ ਪਿੰਡ ਦੇ ਵਿੱਚ ਦਿੱਤੀ ਹੋਵੇ। ਅਕਾਲੀ ਦਲ ਨੇ ਹਮੇਸ਼ਾ ਇਹ ਮੋਟਰਾਂ ਜਿਹੜੀਆਂ ਦਿੱਤੀਆਂ ਤੇ ਸਾਡੀ ਇਹ ਪ੍ਰਾਇੋਰਟੀ ਹੋਏਗੀ। ਬਾਦਲ ਸਾਹਿਬ ਨੂੰ ਬੇਨਤੀ ਕਰਕੇ ਅਸੀਂ ਪਹਿਲ ਦੇ ਆਧਾਰ ਤੇ ਜਿੰਨੀਆਂ ਮੋਟਰਾਂ ਰਹਿੰਦੀਆਂ ਉਹ ਲਵਾਵਾਂਗੇ। ਔਰ ਪਿੰਡਾਂ ਦੇ ਵਿੱਚ ਆਟੇ ਦਾਲ ਦੇ ਕਾਰਡ ਕੱਟਤੇ ਗਰੀਬ ਬੰਦਿਆਂ ਦੇ, ਆਟੇ ਦਾਲ ਦੇ ਕਾਰਡ ਜਿਹੜੇ ਆ ਜਿਨ੍ਹਾਂ ਦੇ ਕੱਟੇ ਆ ਜਾਇਜ਼, ਉਹਨਾਂ ਨੂੰ ਅਸੀਂ ਦੁਬਾਰਾ ਲਵਾਉਣ ਦੀ ਕੋਸ਼ਿਸ਼ ਕਰਾਂਗੇ ਵੀ ਉਹ ਲੱਗ ਜਾਣ ਸਭ ਦੇ। ਤੇ ਇਹ ਵੀ ਸਾਡੇ ਧਿਆਨ 'ਚ ਆਇਆ ਵੀ ਕਈ ਵਾਰੀ ਗਰੀਬ ਬੰਦੇ ਆ ਪਿੰਡਾਂ ਦੇ ਵਿੱਚ, ਉਹਨਾਂ ਨੂੰ ਜਿਹੜਾ ਸਕੀਮ ਹੈਗੀ ਆ ਮਕਾਨ ਬਣਾਉਣ ਵਾਲੀ 1.5 ਲੱਖ ਰੁਪਏ ਵਾਲੀ, ਉਹ 'ਚ ਉਹਨਾਂ ਦੇ ਘਰ ਜਿਹੜੇ ਵਿਚਾਰਿਆਂ ਦੇ ਪੈ ਨਹੀਂ ਰਹੇ, ਉਹ ਵੀ ਅਸੀਂ ਪ੍ਰਾਇੋਰਟੀ ਤੇ ਪਵਾਉਣ ਦੀ ਕੋਸ਼ਿਸ਼ ਕਰਾਂਗੇ। ਬਾਕੀ ਹਰੇਕ ਪਿੰਡ ਦੀ ਆਪਣੀ ਆਪਣੀ ਸਮੱਸਿਆ ਹੈਗੀ ਆ, ਆਪਣਾ ਆਪਣਾ ਸਿਸਟਮ ਹੈਗਾ। ਉਹ ਜਿਵੇਂ ਕਿਸੇ ਦੇ ਪਿੰਡ ਦੇ ਵਿੱਚ ਪੀਣ ਵਾਲੇ ਪਾਣੀ ਦੀ ਪ੍ਰੋਬਲਮ ਹੈ, ਕਿਸੇ ਦੇ ਵਿੱਚ ਨਿਕਾਸ ਕਰਨ ਵਾਲੇ ਪਾਣੀ ਦੀ ਪ੍ਰੋਬਲਮ ਹੈ, ਨਿਕਾਸੀ ਠੀਕ ਨਹੀਂ ਹੈਗੀ, ਕਿਸੇ ਦੇ ਵਿੱਚ ਸਾਨੂੰ ਹੈਲਥ ਸਰਵਿਸ ਦੀ ਲੋੜ ਹੈ, ਕੋਈ ਕਹਿੰਦਾ ਸਾਡੇ ਬੱਸ ਨਹੀਂ ਆਉਂਦੀ ਔਰ ਕੋਈ ਕਹਿੰਦਾ ਸਾਡੇ ਸੜਕ ਨਹੀਂ ਬਣੀ ਹੋਈ। ਇਹ ਪਿੰਡ ਪਿੰਡ ਦੇ ਹਿਸਾਬ ਨਾਲ ਜਿਸ ਤਰ੍ਹਾਂ ਦੀਆਂ ਸਮੱਸਿਆਵਾਂ ਹੈਗੀਆਂ, ਸ਼੍ਰੋਮਣੀ ਅਕਾਲੀ ਦਲ ਦੇ ਵਰਕਰ
ਔਰ ਲੀਡਰ ਸਾਡੇ ਪਿੰਡ ਪੱਧਰ ਤੇ ਉਹ ਵਾਰਡ ਦੇ ਵਿੱਚ ਜਾਣੂ ਨੇ ਤੇ ਅਸੀਂ ਉਹ ਹੱਲ ਕਰਾਉਣ ਦੀ ਕੋਸ਼ਿਸ਼ ਕਰਾਂਗੇ। ਡਾਕਟਰ ਸਾਹਿਬ, ਗੰਦਲੀ ਰਾਜਨੀਤੀ ਹੋ ਗਈ। ਤੁਹਾਨੂੰ ਦੱਸਦਾ, ਸ਼੍ਰੋਮਣੀ ਅਕਾਲੀ ਦਲ ਨੇ ਸੇਵਾ ਕੇਂਦਰ ਖੋਲ੍ਹੇ, ਕਾਂਗਰਸ ਨੇ ਬੰਦ ਕਰਤੇ। ਆਰਓ ਪਿੰਡਾਂ 'ਚ ਖੋਲ੍ਹੇ ਗਏ, ਚਲਾਏ ਗਏ। ਅੱਜ ਬਹੁਤ ਸਾਰੇ ਪਿੰਡਾਂ ਸ਼ਹਿਰਾਂ 'ਚ ਆਰਓ ਬੰਦ ਪਏ ਨੇ। ਤੇ ਜਿਹੜੀ ਸਭ ਤੋਂ ਵੱਡੀ ਸਮੱਸਿਆ ਹੈ, ਜਿਹੜਾ ਇੱਕ ਆਮ ਘਰ ਦਾ ਧੀ ਪੁੱਤ, ਆਮ ਨੌਜਵਾਨ, ਚਲੋ ਤੁਸੀਂ ਤਾਂ ਰੁਜ਼ਗਾਰ ਤੇ ਪੇਸ਼ੇਵਰ ਹੋ ਕੇ ਰਾਜਨੀਤੀ 'ਚ ਆਏ ਹੋ, ਜਿਹੜੀ ਨੌਜਵਾਨੀ ਆ ਉਹ ਇਸ ਗੱਲੋਂ ਡਰਦੀ ਰਹਿੰਦੀ ਹੈ ਵੀ ਯਾਰ ਜੇ ਅਸੀਂ ਪੈਤਰ ਰਾਜਨੀਤੀ ਦੇ ਵਿੱਚ ਤਾਂ ਪਰਚਿਆਂ ਦੀ ਖੇਡ ਖੇਡਦੇ ਨੇ। ਡਾਕਟਰ ਨਿਸ਼ਾਨ ਇਸ ਗੰਦਲੀ ਰਾਜਨੀਤੀ ਬਾਰੇ ਕੀ ਸੋਚਦਾ? ਦੇਖੋ ਜੀ, ਜਿਹੜੀ ਇਹ ਰਾਜਨੀਤੀ ਆ, ਮਾੜੀ ਰਾਜਨੀਤੀ ਆ। ਮੇਰੇ ਖਿਆਲ ਜਿੰਨੇ ਵੀ ਸਾਡੇ ਭਾਵੇਂ ਪ੍ਰਿੰਸੀਪਲ ਬੁੱਧਰਾਮ ਜੀ ਨੇ ਜੀ ਜਾਂ ਮੈਡਮ ਭੱਟੀ ਰਹੇ ਆ, ਤੇ ਅਸੀਂ ਮੇਰੀ ਹਲਕੇ ਦੇ ਵਿੱਚ ਇਹੀ ਕੋਸ਼ਿਸ਼ ਰਹੀ ਆ ਵੀ ਕਿਸੇ ਨਾਲ ਕੋਈ ਵੀ ਆਪਾਂ ਕਨਫਰੰਟੇਸ਼ਨ 'ਚ ਨਾ ਪਈਏ, ਨਾ ਹੀ ਇੱਕ ਦੂਜੇ ਦੇ ਉੱਤੇ ਕੋਈ ਪਰਚੇ ਕਰਾਉਣ ਵਾਲੀ ਗੱਲ ਕਰੀਏ। ਆਪਾਂ ਤਾਂ ਚਾਹੁੰਦੇ ਆ ਵੀ ਕੋਈ ਸਮਝੌਤਾ ਹੋ ਜੇ, ਕਿਸੇ ਦਾ ਮਸਲਾ ਹੱਲ ਹੋ ਜੇ, ਤੇ ਆਪਾਂ ਇਹ ਜੀ ਰਾਜਨੀਤੀ ਨਾ ਹੀ ਕੀਤੀ ਹੈ ਤੇ ਨਾ ਹੀ ਕਰਾਂਗੇ ਜੀ। ਕੀ ਲੱਗਦਾ ਹੈ ਜਿਹੜੀ ਹੁਣ ਤਾਜ਼ਾ ਘਟਨਾਕ੍ਰਮ ਵਾਪਰਿਆ, ਕੈਪਟਨ ਸਾਹਿਬ ਜਦੋਂ ਕਾਂਗਰਸ ਦੇ ਵਿੱਚ ਸੀਗੇ ਉਦੋਂ ਸਭ ਠੀਕ ਚੱਲਦਾ ਰਿਹਾ, ਕੀਤਾ ਚਾਹੇ ਕੱਖ ਨਹੀਂ ਹੈਗਾ ਉਹਨਾਂ ਨੇ। 4.5 ਸਾਲ ਬਾਅਦ ਜਾ ਕੇ ਕਾਂਗਰਸ ਦੀ ਗੋਦੀ 'ਚ ਭਾਜਪਾ ਦੀ ਗੋਦੀ 'ਚ ਬੈਠਦੇ ਨੇ ਜਾ ਕੇ। ਤੇ ਉਸ ਤੋਂ ਬਾਅਦ ਲੋਕ ਚੱਤ ਚੱਲ ਪਈ ਵੀ ਹੁਣ ਚੰਨੀ ਦੇ ਨਜ਼ਦੀਕੀ ਰਿਸ਼ਤੇਦਾਰ ਤੇ ਬੇਸ਼ੱਕ ਇੰਨਾ ਕਰੋੜਾਂ ਰੁਪਏ ਮਿਲਿਆ, ਉੱਥੇ ਮਿਲਿਆ ਤਾਂ ਮਿਲਿਆ, ਉਹ ਅਨਲੀਗਲੀ ਹੈ। ਉਹ ਇਸ ਵਰਤਾਰੇ ਨੂੰ ਕਿਵੇਂ ਦੇਖਦੇ ਹੋ? ਦੇਖੋ ਜੀ, ਜਿਹੜਾ ਕੋਈ ਪੈਸਾ ਮਿਲਿਆ ਇਹਦਾ ਮਤਲਬ ਕਿਤੇ ਨਾ ਕਿਤੇ ਤਾਂ ਪੈਸਾ ਆਇਆ ਹੀ ਆ ਜੀ, ਕੁਛ ਨਾ ਕੁਛ ਤਾਂ ਦੋਸ਼ ਉਹਦੇ ਵਿੱਚ ਹੈਗਾ ਹੀ ਆ। ਉਹਨੂੰ ਕਾਨੂੰਨ ਮੁਤਾਬਕ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੀ। ਤੇ ਜਿਹੜੀ ਤੁਸੀਂ ਕੈਪਟਨ ਸਾਹਿਬ ਦੀ ਗੱਲ ਕੀਤੀ ਹੈਗੀ ਆ, ਉਹ ਪਤਾ ਨਹੀਂ ਕਿਸ ਤਰ੍ਹਾਂ ਦੀ ਰਾਜਨੀਤੀ ਕਰਦੇ ਸੀ। ਬਾਦਲ ਸਾਹਿਬ ਤੇ ਕੈਪਟਨ ਸਾਹਿਬ 'ਚ ਬੜਾ ਫਰਕ ਸੀ। ਬਾਦਲ ਸਾਹਿਬ ਤਾਂ ਲੀਡਰ ਨੂੰ ਬੁਲਾ ਕੇ ਮਸਲਾ ਹੱਲ ਕਰਨ ਦੀ ਗੱਲ ਕਰਦੇ ਆ, ਤੇ ਕੈਪਟਨ ਸਾਹਿਬ ਮਿਲਣਾ ਵੀ ਪਸੰਦ ਨਹੀਂ ਕਰਦੇ ਸੀ। ਮੈਨੂੰ ਇੱਕ ਕਾਂਗਰਸੀ ਦੋਸਤ ਨੇ ਦੱਸਿਆ ਵੀ ਅਸੀਂ ਕਹਿੰਦੇ ਕੈਪਟਨ ਸਾਹਿਬ ਨੂੰ ਮਿਲਣ ਵਾਸਤੇ ਚਲੇ ਗਏ, ਸਵੇਰੇ ਤਿਆਰ ਹੋ ਕੇ ਬੰਦਿਆਂ ਨੂੰ ਨਾਲ ਲੈ ਕੇ, ਕਹਿੰਦੇ ਉਹਨਾਂ ਦੇ ਫਾਰਮ ਤੇ ਚਲੇ ਗਏ, ਤੇ ਫਾਰਮ ਦੇ ਬਾਅਦ ਉਹ ਕਹਿੰਦੇ ਵੇਟ ਕਰ ਲਓ। ਅਸੀਂ ਕਹਿੰਦੇ ਸਾਰਾ ਦਿਨ ਵੇਟ ਕਰਦੇ ਰਹੇ, ਤੇ ਸ਼ਾਮ ਦੇ 5 ਵਜੇ ਕਹਿੰਦੇ ਹੁਣ ਸਾਨੂੰ ਉਮੀਦ ਬਣ ਗਈ ਵੀ ਉਹ ਤਿਆਰ ਹੋ ਕੇ ਆ ਰਹੇ ਆ, ਵੀ ਕੈਪਟਨ ਸਾਹਿਬ ਮਿਲਣਗੇ। ਤੇ ਜਦੋਂ ਉਹ ਬਾਹਰ ਆਏ ਕਹਿੰਦੇ ਉਹ ਗੱਡੀ 'ਚ ਬੈਠ ਕੇ ਚਲੇ ਗਏ। ਕਹਿੰਦੇ ਅਸੀਂ ਜਿਹੜੇ ਬੰਦਿਆਂ ਨੂੰ ਨਾਲ ਲੈ ਗਏ ਉਹਨਾਂ ਨੂੰ ਮਜੂਸੀ ਦਾ ਸਾਹਮਣਾ ਕਰਨਾ ਪਿਆ, ਲੀਡਰ ਨੂੰ ਕਹਿੰਦੇ ਆਪ ਨੂੰ ਵੀ ਸਾਨੂੰ ਮਜੂਸੀ ਦਾ ਸਾਹਮਣਾ ਕਰਨਾ ਪਿਆ। ਇੱਥੇ ਅਸੀਂ ਕੀ ਕਰਦੇ ਹਾਂ, ਕੋਈ ਵੀ ਸਰਕਲ ਦਾ ਜਥੇਦਾਰ ਜਾਂ ਪਿੰਡ ਦਾ ਜਥੇਦਾਰ ਸਰਕਲ ਜਥੇਦਾਰ ਕੋਲ ਜਾਂਦਾ, ਉਹ ਮੇਰੇ ਕੋਲ ਆਉਂਦਾ, ਡਾਕਟਰ ਸਾਹਿਬ ਆਪਾਂ ਜਾ ਕੇ ਮਿਲਣਾ, ਅਸੀਂ ਨਾਲ ਲੈ ਜਾਂਦੇ ਹਾਂ ਔਰ ਉੱਥੇ ਜਾ ਕੇ ਮਿਲਾ ਲਿਆਉਂਦੇ ਹਾਂ। ਅਗਲਾ ਖੁਸ਼ ਹੋ ਜਾਂਦਾ, ਚਾਹ ਪਾਣੀ ਪਿਲਾਉਂਦੇ ਆ ਤੇ ਉਹਨਾਂ ਦੀ ਗੱਲ ਸੁਣਦੇ ਆ। ਜੇ ਹੋ ਸਕੇ ਤਾਂ ਮਸਲਾ ਅਸੀਂ ਜਿੰਨਾ ਵੀ ਅਸੀਂ ਹੱਲ ਕਰ ਸਕਦੇ ਹਾਂ ਉਹ ਕਰਦੇ। ਤੁਸੀਂ ਗਰਲਜ਼ ਕਾਲਜ ਖੋਲ੍ਹਣ ਦੀ ਗੱਲ ਕੀਤੀ, ਮੈਂ ਪਹਿਲਾਂ ਵੀ ਤੁਹਾਨੂੰ ਪ੍ਰੈਸ ਕਾਨਫਰੰਸ 'ਤੇ ਸਵਾਲ ਪੁੱਛਿਆ ਸੀਗਾ। ਗਰਲਜ਼ ਕਾਲਜ ਕਿਉਂ? ਕੋ ਐਜੂਕੇਸ਼ਨ ਅੱਜ ਸਮੇਂ ਦੀ ਲੋੜ ਹੈ। ਮੈਨੂੰ ਲੱਗਦਾ ਕੋ ਐਜੂਕੇਸ਼ਨ, ਜੇ ਤੁਸੀਂ ਹੰਬਲਾ ਮਾਰ ਲਿਆ, ਤੁਸੀਂ ਚਾਹੇ 5 ਸਾਲ ਕੁਛ ਨਾ ਕਰਿਓ, ਜੇ ਕਾਲਜ ਖੋਲ੍ਹਣ 'ਚ ਕਾਮਯਾਬ ਹੋ ਗਏ, ਮੈਡੀਕਲ ਕਾਲਜ, 2 ਚੀਜ਼ਾਂ ਕਰ ਦਿਓ ਹਲਕੇ ਦੇ ਲਈ, ਇਹ ਸਭ ਤੋਂ ਵੱਡੀ ਪ੍ਰਾਪਤੀ ਹੈ। ਕੀ ਕਹੋਗੇ? ਅਸੀਂ ਨਾ ਜਿੰਨੇ ਵੀ ਬੋਹਾ ਦੇ ਵਿੱਚ ਔਰ ਬੋਹਾ ਦੇ ਨਾਲ ਲੱਗਦੇ ਪਿੰਡਾਂ 'ਚ ਜਾਂਦੇ ਆ, ਤਾਂ ਇਹ ਡਿਮਾਂਡ ਕਰਦੇ ਆ ਵੀ +2 ਤੋਂ ਬਾਅਦ ਬੱਚਿਆਂ ਨੂੰ, ਕੁੜੀਆਂ ਨੂੰ ਖਾਸ ਤੌਰ ਤੇ ਬਾਹਰ ਜਾ ਕੇ ਪੜ੍ਹਨਾ ਪੈਂਦਾ ਹੈਗਾ। ਮਤਲਬ ਕਿ ਐਜੂਕੇਸ਼ਨ ਤਾਂ ਕੋ ਐਜੂਕੇਸ਼ਨ ਦਾ ਕਾਲਜ ਹੀ ਹੋਣਾ ਚਾਹੀਦਾ। ਤੁਹਾਡੀ ਗੱਲ ਬਿਲਕੁਲ ਠੀਕ ਹੈ, ਪਰ ਇਹ ਸਾਡੀ ਬਿਲਕੁਲ ਮਿਨੀਮਮ ਜਿਵੇਂ ਕਹਿੰਦੇ ਰਿਕੁਆਇਰਮੈਂਟ ਹੈ ਵੀ ਕੁੜੀਆਂ ਦਾ ਕਾਲਜ ਤਾਂ ਹੋਵੇ, ਘੱਟੋ ਘੱਟ ਵਾਲੀ ਰਿਕੁਆਇਰਮੈਂਟ ਆ। ਵੱਧ ਤਾਂ ਅਸੀਂ ਜੇ ਮਿਲੂਗਾ ਤਾਂ ਸਗੋਂ ਕੋ ਐਜੂਕੇਸ਼ਨ ਵੀ ਲਵਾਂਗੇ। ਤੇ ਜਿਹੜਾ ਡਿਸਟ੍ਰਿਕਟ ਲੈਵਲ ਤੇ ਮੈਡੀਕਲ ਕਾਲਜ ਖੋਲ੍ਹਣ ਦੀ ਗੱਲ ਕਰਦੇ ਆ ਬਾਦਲ ਸਾਹਿਬ, ਉਹਦੇ ਵਾਸਤੇ ਅਸੀਂ ਬੀਬਾ ਜੀ ਨੂੰ ਬੇਨਤੀ ਕੀਤੀ ਹੈ ਬੁਢਲਾਡਾ ਦੇ ਵਿੱਚ ਜਿੱਥੇ ਆਪਣਾ ਗੁਰੂ ਨਾਨਕ ਕਾਲਜ ਹੈਗਾ, ਇਹਦੇ ਨਾਲ ਹੀ ਵੀ ਜਗ੍ਹਾ ਲੈ ਕੇ ਇੱਥੇ ਹੀ ਮੈਡੀਕਲ ਕਾਲਜ ਬਣਾਇਆ ਜਾਵੇ। ਇਹ ਸਾਡੀ ਕੋਸ਼ਿਸ਼ ਹੈ ਵੀ ਇੱਥੇ ਹੀ ਬਣ ਜਾਵੇ, ਤੇ ਉਹਦੇ ਇੱਥੇ ਸਾਡੀ ਲੋੜ ਵੀ ਹੈ ਲੋਕਾਂ ਨੂੰ, ਔਰ ਕੰਪੈਰੇਟਿਵਲੀ ਜਿਹੜਾ ਇਨਫਰਾਸਟ੍ਰਕਚਰ ਤੇ ਪੈਸਾ ਵੀ ਘੱਟ ਖਰਚਾ ਆਏਗਾ। ਇਹ ਹੈ। MLA ਬਣਦੇ ਹੋ, ਪਹਿਲਾ ਕੰਮ ਜਿਹੜਾ ਹੋਣ ਸਾਰ ਵੀ ਆ ਤਾਂ ਮੈਂ ਪਹਿਲਾਂ ਹੀ ਕਰਨਾ, ਬਸ ਰੜਕਦਾ ਕੀ ਹੈ ਜ਼ਿਹਨ ਦੇ ਵਿੱਚ? ਜ਼ਿਹਨ ਦੇ ਵਿੱਚ ਇਹ ਰੜਕਦਾ ਵੀ ਇੱਕ ਦਫ਼ਤਰ ਖੁੱਲ੍ਹਾ ਹੋਊਗਾ, ਉਹ 'ਚ ਲਿਖਿਆ ਹੋਊਗਾ MLA ਦਾ ਦਫ਼ਤਰ, ਔਰ ਉੱਥੇ ਕੋਈ ਵੀ ਬੰਦਾ ਜਿਹੜਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਦੋਂ ਮਰਜ਼ੀ ਆਵੇ, ਅਸੀਂ ਉਹਦੀ ਗੱਲਬਾਤ ਸੁਣਾਂਗੇ, ਔਰ ਸਾਡੇ ਬੰਦੇ ਉੱਥੇ ਬੈਠੇ ਹੋਣਗੇ। ਪਹਿਲਾਂ ਉਹਨੂੰ ਪਾਣੀ ਪੁੱਛਣਗੇ, ਫਿਰ ਚਾਹ ਪੁੱਛਣਗੇ, ਬਿਠਾਣਗੇ, ਫਿਰ ਉਹਦੀ ਗੱਲਬਾਤ ਸੁਣਾਂਗੇ। ਜਿਹੜਾ ਮਸਲਾ ਸਾਡੇ ਹੱਲ ਕਰਨ ਵਾਲਾ ਉੱਥੇ ਹੋਇਆ, ਅਸੀਂ ਨਾਲ ਦੀ ਨਾਲ ਹੱਲ ਕਰਾਂਗੇ। ਨਹੀਂ ਤਾਂ ਅਸੀਂ ਉਹਨੂੰ ਹਫ਼ਤੇ ਦੇ ਵਿੱਚ ਰਿਵਰਟ ਬੈਕ ਕਰਿਆ ਕਰਾਂਗੇ ਵੀ ਅਸੀਂ ਤੁਹਾਡੇ ਮਸਲੇ ਦਾ ਕੀ ਕੀਤਾ। ਇਹ ਮੇਰੀ ਇਹ ਪਹਿਲਾਂ ਹੀ ਅਸੀਂ ਐਵੇਂ ਨਹੀਂ ਵੀ ਦਫ਼ਤਰ ਜਦੋਂ ਚੋਣ ਆਵੇ ਉਦੋਂ ਖੋਲੀਏ, ਇਹ 5 ਸਾਲ ਖੁੱਲ੍ਹਾ ਹੀ ਰਹੂਗਾ।
ਇਹ ਮੇਰੀ ਸਭ ਤੋਂ ਪਹਿਲੀ ਇਹ ਹੈਗੀ ਆ। ਔਰ ਦੂਜਾ, ਜੇ ਵਾਹਿਗੁਰੂ ਕਿਰਪਾ ਕਰਦੇ ਆ ਤਾਂ ਮੈਂ ਜਿਹੜੀ ਆਪਣੀ ਪਹਿਲੀ ਤਨਖਾਹ ਜਿਹੜੀ ਐਮਐਲਏ ਵਾਲੀ ਮਿਲਦੀ ਹੈਗੀ ਆ, ਉਹ ਪਿੰਡ ਹਾਕਮਵਾਲਾ ਦੇ ਗੁਰਦੁਆਰਾ ਔਰ ਪਿੰਡ ਹਾਕਮਵਾਲਾ ਦੇ ਡੇਰਾ ਸਾਹਿਬ ਦੋਵਾਂ ਦੇ ਵਿੱਚ ਅੱਧੀ ਅੱਧੀ ਵੰਡ ਕੇ ਅਸੀਂ ਪਹਿਲੀ ਤਨਖਾਹ ਦੇਣੀ ਚਾਹੁੰਦੇ। ਜੀ ਜੀ। ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਉਮੀਦਵਾਰ ਡਾਕਟਰ ਨਿਸ਼ਾਨ ਜੀ ਨੂੰ ਸੁਣਿਆ। ਸਰਲੇਖ ਦੀ ਅੱਜ ਪਹਿਲੀ ਇੰਟਰਵਿਊ ਹੈ, ਮਿਲਦੇ ਰਹਾਂਗੇ ਵਾਰੀ-ਵਾਰੀ। ਤੇ ਮੈਂ ਪਹਿਲਾਂ ਹੀ ਗੱਲ ਕੀਤੀ ਸੀ ਕਿ ਬੁਢਲਾਡਾ ਹਲਕੇ ਦੀ ਖੂਬਸੂਰਤੀ ਉਮੀਦਵਾਰਾਂ ਦੇ ਵਿੱਚ ਇਹ ਹੈ ਕਿ ਸਾਰੇ ਵੈਲ ਐਜੂਕੇਟਡ ਨੇ। ਹੁਣ ਦੇਖਣਾ ਇਹ ਹੋਵੇਗਾ ਕਿ ਲੋਕਾਂ ਦੀ ਵੋਟ ਬੈਂਕ, ਲੋਕਾਂ ਦਾ ਮਤਦਾਨ ਕਿਹਦੇ ਹਿੱਸੇ ਹੁੰਦਾ, ਲੋਕ ਕਿਹਨੂੰ ਚਾਹੁੰਦੇ ਨੇ 2022 ਦਾ ਐਮਐਲਏ। ਸੋ ਬਣੇ ਰਹੋ ਸਰਲੇਖ ਦੇ ਨਾਲ।